ਆਓ ਅੱਜ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰੀਏ, ਮਨੁੱਖੀ ਆਦਾਨ-ਪ੍ਰਦਾਨ ਯਾਨੀ ਲੋਕਾਂ ਨਾਲ ਸਾਡਾ ਰੋਜ਼ਾਨਾ ਦਾ ਵਰਤ-ਵਿਹਾਰ। ਅਸਲ ਵਿੱਚ ਇਹ ਇੱਕ ਬਹੁਤ ਵੱਡਾ ਖੇਰਾ ਹੈ। ਹਰ ਨਵੇਂ ਪਲ, ਹਰ ਨਵੇਂ ਇਨਸਾਨ ਲਈ ਸਾਨੂੰ ਵੱਖੋ-ਵੱਖਰੇ ਤਰੀਕਿਆਂ ਦੀ ਲੋੜ ਪੈਂਦੀ ਹੈ। ਇਸ ਚਰਚਾ ਵਿੱਚ ਆਪਾਂ ਅਬਦੁੱਲਾ ਅਲ ਮਹਿਮਾਨ ਦੇ ਕੰਮ ਤੋਂ ਲਈਆਂ ਗਈਆਂ ਕੁਝ ਬਹੁਤ ਹੀ ਕਮਾਲ ਦੀਆਂ ਤਕਨੀਕਾਂ ਬਾਰੇ ਗੱਲ ਕਰਾਂਗੇ, ਤਾਂ ਜੋ ਸਮਾਜਿਕ ਸਥਿਤੀਆਂ ਨੂੰ ਬਿਹਤਰ ਢੰਗ ਨਾਲ ਨਜਿੱਠਿਆ ਜਾ ਸਕੇ। ਕਦੇ ਸੋਚਿਆ ਕਿ ਨਹੀਂ ਸ਼ਬਦ ਬੋਲੇ ਬਿਨਾਂ ਕਿਸੇ ਗੱਲ ਤੋਂ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ? ਸੁਣਨ ਨੂੰ ਥੋੜਾ ਅਜੀਬ ਲੱਗਦਾ ਹੈ ਨਾ, ਪਰ ਅਸਲ ਵਿੱਚ ਅਬਦੁੱਲਾ ਅਲ ਮਹਿਮਾਨ ਦੀਆਂ ਲਿਖਤਾਂ ਸਾਨੂੰ ਅਜਿਹੀਆਂ ਹੀ ਕਈ ਹੈਰਾਨੀਜਨਕ ਤਕਨੀਕਾਂ ਸਿਖਾਉਂਦੀਆਂ ਹਨ ਜੋ ਰੋਜ਼ਾਨਾ ਜ਼ਿੰਦਗੀ ਦੇ ਤਣਾਅ ਨੂੰ ਬਿਲਕੁਲ ਘਟਾ ਸਕਦੀਆਂ ਹਨ। ਤਾਂ ਫਿਰ ਆਓ ਸਿੱਧਾ ਮੁੱਦੇ ਤੇ ਆਉਂਦੇ ਹਾਂ। ਆਪਾਂ 10 ਵੱਖ-ਵੱਖ ਹੁਨਰਾਂ ਨੂੰ 4 ਹਿੱਸਿਆਂ ਵਿੱਚ ਵੰਡ ਕੇ ਸਮਝਾਂਗੇ। ਪਹਿਲਾ, ਟਕਰਾਵ ਤੋਂ ਕਿਵੇਂ ਬਚਣਾ ਹੈ। ਦੂਜਾ, ਹੱਦਾਂ ਕਿਵੇਂ ਤੈਅ ਕਰਨੀਆਂ ਹਨ। ਤੀਜਾ, ਜ਼ੁਬਾਨੀ ਲਚਕਤਾ ਅਤੇ ਚੌਥਾ, ਲੋਕਾਂ ਨੂੰ ਕਿਵੇਂ ਪੜ੍ਹਨਾ ਹੈ। ਆਓ ਆਪਣੇ ਪਹਿਲੇ ਹਿੱਸੇ ਤੋਂ ਸ਼ੁਰੂਆਤ ਕਰਦੇ ਹਾਂ, ਦੁਸ਼ਮਣੀ ਨੂੰ ਘੱਟ ਕਰਨਾ ਅਤੇ ਟਕਰਾਅ ਤੋਂ ਬਚਣਾ। ਆਪਣਾ ਪਹਿਲਾ ਹੁਨਰ ਹੈ ਕਿਸੇ ਵੀ ਟਕਰਾਓ ਵਾਲੀ ਸਥਿਤੀ ਵਿੱਚ ਸ਼ਾਂਤੀ ਨਾਲ ਜਵਾਬ ਦੇਣਾ। ਦੇਖੋ, ਇੱਕ ਛੋਟੀ ਜਿਹੀ ਮਾਫੀ ਦੁਸ਼ਮਣੀ ਨੂੰ ਉੱਥੇ ਹੀ ਖਤਮ ਕਰ ਸਕਦੀ ਹੈ। ਮੰਨ ਲਓ ਜੇ ਕੋਈ ਕਾਰ ਹਾਦਸਾ ਹੋ ਜਾਵੇ ਤਾਂ ਤੁਰੰਤ ਮਾਫੀ ਮੰਗ ਲੈਣ ਨਾਲ ਗੱਲ ਅੱਗੇ ਵਧਣੋਂ ਰੁਕ ਜਾਂਦੀ ਹੈ। ਅਸਲ ਵਿੱਚ ਇਸ ਸਰੋਤ ਵਿੱਚ ਇੱਕ ਬਹੁਤ ਹੀ ਕਮਾਲ ਦੀ ਉਦਾਹਰਣ ਹੈ, ਜਦੋਂ ਇੱਕ ਬੱਦੂ ਨੇ ਪੈਗੰਬਰ ਮੁਹੰਮਦ ਦਾ ਚੋਗਾ ਬਹੁਤ ਜ਼ੋਰ ਨਾਲ ਖਿੱਚਿਆ ਸੀ, ਪਰ ਗੁੱਸਾ ਕਰਨ ਦੇ ਬਜਾਏ ਪੈਗੰਬਰ ਨੇ ਬਹੁਤ ਹੀ ਸ਼ਾਂਤੀ ਅਤੇ ਮੁਸਕਰਾਹਟ ਨਾਲ ਜਵਾਬ ਦਿੱਤਾ। ਬਸ, ਸਥਿਤੀ ਤੁਰੰਤ ਸ਼ਾਂਤ ਹੋ ਗਈ। ਕਈ ਵਾਰੀ ਲੋਕ ਜਾਣਬੁੱਝ ਕੇ ਤਾਨੇ ਮਾਰਦੇ ਹਨ, ਠੀਕ ਹੈ। ਇੱਥੇ ਆਪਣਾ 7ਵਾਂ ਹੁਨਰ ਕੰਮ ਆਉਂਦਾ ਹੈ, ਇਸ਼ਾਰਿਆਂ ਨੂੰ ਅਣਡਿੱਠ ਕਰਨਾ। ਇਸ ਚਰਚਾ ਵਿੱਚ ਇਬਰਾਹਿਮ ਨਾਮ ਦੇ ਇੱਕ ਬੰਦੇ ਦੀ ਕਹਾਣੀ ਹੈ ਜੋ ਹਜ ਤੋਂ ਵਾਪਸ ਆ ਕੇ ਲਗਾਤਾਰ ਆਪਣੀਆਂ ਕਹਾਣੀਆਂ ਸੁਣਾ ਰਿਹਾ ਸੀ। ਉਸਦੇ ਇੱਕ ਦੋਸਤ ਨੇ ਤਾਨਾ ਮਾਰਿਆ ਕਿ ਭਾਈ, ਇਬਰਾਹਿਮ ਤਾਂ ਅਗਲੇ 20 ਸਾਲਾਂ ਤੱਕ ਇਹੀ ਕਹਾਣੀ ਸੁਣਾਉਂਦਾ ਰਹੇਗਾ। ਹੁਣ ਇੱਥੇ ਗੁੱਸਾ ਆਉਣਾ ਸੁਭਾਵਿਕ ਸੀ, ਪਰ ਇਬਰਾਹਿਮ ਨੇ ਬਸ ਮੁਸਕਰਾ ਕੇ ਕਿਹਾ, ਹਾਂ, ਹੁਣ ਤਾਂ ਸਿਰਫ 19 ਸਾਲ ਹੀ ਬਚੇ ਹਨ। ਮਤਲਬ ਇਸ਼ਾਰਾ ਸੁਣਿਆ, ਇਰਾਦਾ ਸਮਝਿਆ, ਪਰ ਬਿਲਕੁਲ ਅਣਜਾਣ ਬਣ ਗਏ, ਜਿਵੇਂ ਕੋਈ ਫਰਕ ਹੀ ਨਾ ਪਿਆ ਹੋਵੇ। ਹੁਣ ਇਹ ਤਕਨੀਕ ਤਾਂ ਸੱਚਮੁੱਚ ਬਹੁਤ ਦਿਲਚਸਪ ਹੈ ਕਿ ਕਿਸੇ ਨੂੰ ਬੋਰ ਕਰਕੇ ਵੀ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਬਿਲਕੁਲ, ਇਸ ਨੂੰ ਇੱਕ ਢਾਲ ਵਜੋਂ ਵਰਤਿਆ ਜਾ ਸਕਦਾ ਹੈ, ਖਾਸ ਕਰਕੇ ਜਦੋਂ ਕੋਈ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਸਾਹਮਣੇ ਵਾਲੇ ਨੂੰ ਇੰਨਾ ਥਕਾ ਦਿੰਦਾ ਹੈ ਕਿ ਉਹ ਆਪ ਹੀ ਪਿੱਛੇ ਹਟ ਜਾਂਦਾ ਹੈ। ਇਸ ਨੂੰ ਸਮਝਣ ਲਈ ਇੱਕ ਬੜੀ ਮਜ਼ੇਦਾਰ ਕਹਾਣੀ ਹੈ। ਇੱਕ ਸਕੂਲ ਦੇ ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਆਪਣੀ ਤਿਆਰੀ ਵਾਲੀ ਕਾਪੀ ਦਿਖਾਉਣ ਦਾ ਹੁਕਮ ਦਿੱਤਾ। ਇੱਕ ਅਧਿਆਪਕ ਨੇ ਇਸ ਦਾ ਅਜਿਹਾ ਫਾਇਦਾ ਉਠਾਇਆ ਕਿ ਉਹ ਹਰ ਰੋਜ਼ ਵਾਰ-ਵਾਰ ਆਪਣੀ ਕਾਪੀ ਲੈ ਕੇ ਪ੍ਰਿੰਸੀਪਲ ਕੋਲ ਪਹੁੰਚ ਜਾਵੇ। ਆਖਿਰਕਾਰ ਪ੍ਰਿੰਸੀਪਲ ਇੰਨਾ ਅੱਕ ਗਿਆ, ਇੰਨਾ ਬੋਰ ਹੋ ਗਿਆ ਕਿ ਉਸਨੇ ਚੀਖ ਕੇ ਕਿਹਾ, ਬੈਠ ਜਾਓ, ਮੈਨੂੰ ਤੁਹਾਡੀ ਕਾਪੀ ਨਹੀਂ ਚਾਹੀਦੀ। ਹੈ ਨਾ ਕਮਾਲ? ਅਤਿਅੰਤ ਪਾਲਣਾ ਨਾਲ ਕਿਸੇ ਨੂੰ ਬੋਰ ਕਰਕੇ ਵੀ ਆਪਣੀ ਜਾਨ ਛੁਡਵਾਈ ਜਾ ਸਕਦੀ ਹੈ। ਚਲੋ ਹੁਣ ਵਧਦੇ ਹਾਂ ਦੂਜੇ ਭਾਗ ਵੱਲ, ਜੋ ਹੈ ਹੱਦਾਂ ਤੈਅ ਕਰਨਾ ਅਤੇ ਇਰਾਦਿਆਂ ਨੂੰ ਪ੍ਰਗਟ ਕਰਨਾ। ਸ਼ੁਰੂਆਤ ਵਿੱਚ ਆਪਾਂ ਇੱਕ ਸਵਾਲ ਕੀਤਾ ਸੀ, ਯਾਦ ਹੈ, ਕਿ ਬਿਨਾਂ ਨਹੀਂ ਕਹੇ ਇਨਕਾਰ ਕਿਵੇਂ ਕਰੀਏ? ਇਹ ਰਿਹਾ ਉਸਦਾ ਜਵਾਬ। ਇੱਕ ਸਕੂਲ ਵਰਕਰ ਦੀ ਉਦਾਹਰਣ ਲੈਂਦੇ ਹਾਂ, ਜਿਸ ਨੂੰ ਅਧਿਆਪਕ ਅਕਸਰ ਨਾਸ਼ਤਾ ਲਿਆਉਣ ਲਈ ਕਹਿੰਦੇ ਰਹਿੰਦੇ ਸਨ। ਹੁਣ ਵਿਚਾਰਾ ਸਿੱਧੇ ਤੌਰ ਤੇ ਨਹੀਂ ਤਾਂ ਕਹਿ ਨਹੀਂ ਸਕਦਾ ਸੀ, ਇਸ ਲਈ ਉਸਨੇ ਦੇਰੀ ਕਰਨ ਦੀ ਤਕਨੀਕ ਵਰਤੀ। ਉਹ ਨਾਸ਼ਤਾ ਲੈਣ ਉਦੋਂ ਤੱਕ ਨਹੀਂ ਜਾਂਦਾ ਸੀ ਜਦੋਂ ਤੱਕ ਬ੍ਰੇਕ ਹੀ ਖਤਮ ਨਾ ਹੋ ਜਾਵੇ। ਬਿਨਾਂ ਇੱਕ ਵੀ ਸ਼ਬਦ ਬੋਲੇ ਉਸਦੇ ਕੰਮਾਂ ਨੇ ਸਪਸ਼ਟ ਨਹੀਂ ਕਹਿ ਦਿੱਤਾ। ਇੱਕ ਹੋਰ ਬਹੁਤ ਹੀ ਅਹਿਮ ਗੱਲ ਇਹ ਹੈ ਕਿ ਸਵਾਲਾਂ ਦੇ ਪਿੱਛੇ ਦੇ ਅਸਲ ਮਕਸਦ ਨੂੰ ਪਹਿਚਾਨਣਾ ਆਉਣਾ ਚਾਹੀਦਾ ਹੈ। ਜੇਕਰ ਇਹ ਪਹਿਲਾਂ ਹੀ ਪਹਿਚਾਨ ਲਿਆ ਜਾਵੇ ਕਿ ਕੋਈ ਸਵਾਲ ਸਿਰਫ ਗਿਆਨ ਲੈਣ ਲਈ ਹੈ, ਐਵੇਂ ਗੱਲਬਾਤ ਤੋੜਨ ਲਈ ਹੈ, ਜਾਂ ਫਿਰ ਕਿਸੇ ਖਾਸ ਮੁੱਦੇ ਲਈ ਭੂਮਿਕਾ ਬੰਨਣ ਲਈ ਪੁੱਛਿਆ ਜਾ ਰਿਹਾ ਹੈ, ਤਾਂ ਸੋਚੋ ਕਿੰਨੀ ਮਾਨਸਿਕ ਊਰਜਾ ਬਚਾਈ ਜਾ ਸਕਦੀ ਹੈ। ਇਸ ਨਾਲ ਸਹੀ ਜਵਾਬ ਦੇਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਝੂਠ ਫੜਨਾ ਵੀ ਇੱਕ ਲਾਜ਼ਮੀ ਹੁਨਰ ਹੈ। ਅਕਸਰ ਲੋਕ ਆਦਤ, ਡਰ, ਨਫ਼ਰਤ ਜਾਂ ਮਜਬੂਰੀ ਕਾਰਨ ਝੂਠ ਬੋਲਦੇ ਹਨ। ਸਰੋਤ ਵਿੱਚ ਇੱਕ ਦੁਕਾਨਦਾਰ ਦਾ ਜ਼ਿਕਰ ਆਉਂਦਾ ਹੈ ਜਿਸ ਕੋਲ ਖੰਡ ਮੌਜੂਦ ਤਾਂ ਸੀ, ਪਰ ਉਸਨੇ ਇੱਕ ਗਾਹਕ ਨੂੰ ਸਾਫ਼ ਕਹਿ ਦਿੱਤਾ ਕਿ ਖੰਡ ਖਤਮ ਹੋ ਗਈ ਹੈ। ਉਸਦੇ ਝੂਠ ਬੋਲਣ ਦਾ ਕਾਰਨ ਸਿਰਫ ਉਸ ਗਾਹਕ ਪ੍ਰਤੀ ਨਫ਼ਰਤ ਸੀ, ਕਿਉਂਕਿ ਉਹ ਬੰਦਾ ਕਦੇ ਪੈਸੇ ਨਹੀਂ ਦਿੰਦਾ ਸੀ। ਹੁਣ ਆਪਾਂ ਪਹੁੰਚ ਗਏ ਹਾਂ ਤੀਜੇ ਭਾਗ ਦੇ, ਜ਼ੁਬਾਨੀ ਲਚਕਤਾ ਅਤੇ ਤੇਜ਼ ਦਿਮਾਗ। ਸਹੀ ਸ਼ਬਦਾਂ ਦੀ ਚੋਣ ਨਾ ਹੋਣ ਕਾਰਨ ਕਿਵੇਂ ਗਲਤਫਹਿਮੀ ਪੈਦਾ ਹੋ ਸਕਦੀ ਹੈ, ਇਸ ਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਇੱਥੇ ਮਿਲਦੀ ਹੈ। ਇੱਕ ਵਿਦਿਆਰਥੀ ਆਪਣੇ ਅਧਿਆਪਕ ਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਸਖਤ ਮਿਹਨਤ ਕਾਰਨ ਉਹਨਾਂ ਦੇ ਹੱਥਾਂ ਤੇ ਧੂੜ ਲੱਗ ਗਈ ਹੈ, ਪਰ ਸਹੀ ਸ਼ਬਦ ਨਾ ਲੱਭਣ ਕਾਰਨ ਉਸਦੇ ਮੂੰਹੋਂ ਨਿਕਲ ਗਿਆ ਕਿ ਅਧਿਆਪਕ ਗੰਦਾ ਹੈ। ਬਸ
ਫਿਰ ਕੀ ਸੀ? ਇਰਾਦਾ ਭਾਵੇਂ ਸਹੀ ਸੀ, ਪਰ ਸ਼ਬਦਾਂ ਨੇ ਧੋਖਾ ਦਿੱਤਾ। ਅਧਿਆਪਕ ਨੂੰ ਗੁੱਸਾ ਆਇਆ ਅਤੇ ਵਿਦਿਆਰਥੀ ਨੂੰ ਸਜ਼ਾ ਮਿਲੀ। ਅਤੇ ਇਹ ਉਦਾਹਰਣ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਉਂਦੀ ਹੈ ਕਿ ਸਮਾਨਾਰਥੀ ਸ਼ਬਦਾਂ ਦੀ ਤਾਕਤ ਅਸਲ ਵਿੱਚ ਕੀ ਹੁੰਦੀ ਹੈ। ਮੰਨ ਲਓ ਕਿਸੇ ਲਈ ਕਸਾਈ ਵਰਗੇ ਹਮਲਾਵਰ ਸ਼ਬਦ ਵਰਤਣ ਦੀ ਬਜਾਏ ਜੇਕਰ ਥੋੜਾ ਨਰਮ ਸ਼ਬਦ ਵਰਤਿਆ ਜਾਵੇ, ਜਿਵੇਂ ਕਿ ਧਿਆਨ ਭਟਕਿਆ ਹੋਇਆ ਡਾਕਟਰ, ਤਾਂ ਇਹ ਤੁਰੰਤ ਟਕਰਾਅ ਨੂੰ ਘਟਾ ਦਿੰਦਾ ਹੈ। ਗੱਲ ਉਹੀ ਰਹਿੰਦੀ ਹੈ, ਪਰ ਮਾਹੌਲ ਸ਼ਾਂਤਮਈ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਰੋਧੀ ਸ਼ਬਦਾਂ ਦੀ ਵਰਤੋਂ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਜਦੋਂ ਕੋਈ ਕਹਿੰਦਾ ਹੈ ਕਿ ਰਿਆਦ ਬਹੁਤ ਸੁੰਦਰ ਹੈ, ਪਰ ਕਿਸੇ ਹੋਰ ਦਾ ਅਨੁਭਵ ਸ਼ਾਇਦ ਉਨਾ ਵਧੀਆ ਨਾ ਰਿਹਾ ਹੋਵੇ, ਤਾਂ ਉਹ ਝਗੜਾ ਕਰਨ ਦੀ ਬਜਾਏ ਬਹੁਤ ਹੀ ਨਰਮੀ ਨਾਲ ਕਹਿ ਸਕਦਾ ਹੈ ਕਿ ਰਿਆਦ ਵਿੱਚ ਭੀੜ ਬਹੁਤ ਹੈ। ਬਿਨਾਂ ਕਿਸੇ ਨੂੰ ਠੇਸ ਪਹੁੰਚਾਏ ਆਪਣੀ ਵੱਖਰੀ ਰਾਏ ਪ੍ਰਗਟ ਕਰਨ ਦਾ ਇਹ ਇੱਕ ਬਿਹਤਰੀਨ ਤਰੀਕਾ ਹੈ। ਆਓ ਹੁਣ ਅੰਤਿਮ ਪੜਾਅ ਵਿੱਚ ਦਾਖਲ ਹੁੰਦੇ ਹਾਂ, ਜੋ ਕਿ ਆਪਣਾ ਚੌਥਾ ਭਾਗ ਹੈ, ਲੋਕਾਂ ਨੂੰ ਪੜ੍ਹਨਾ ਅਤੇ ਭੂਮਿਕਾਵਾਂ ਦੀ ਅਦਲਾ-ਬਦਲੀ। ਦੂਜਿਆਂ ਦੇ ਨਜ਼ਰੀਏ ਨੂੰ ਸਮਝਣਾ ਜ਼ਿੰਦਗੀ ਵਿੱਚ ਬਹੁਤ ਮਾਇਨੇ ਰੱਖਦਾ ਹੈ। ਸਰੋਤ ਵਿੱਚ ਇੱਕ ਵਿਦੇਸ਼ੀ ਮਜ਼ਦੂਰ ਦੀ ਬਹੁਤ ਹੀ ਭਾਵੁਕ ਉਦਾਹਰਣ ਦਿੱਤੀ ਗਈ ਹੈ, ਜੋ ਆਪਣੇ ਪਰਿਵਾਰ ਤੋਂ ਕੋਹਾਂ ਦੂਰ ਇਕੱਲਤਾ ਅਤੇ ਖਤਰੇ ਵਿੱਚ ਕੰਮ ਕਰਦਾ ਹੈ। ਜਦੋਂ ਕੋਈ ਆਪਣੇ ਆਪ ਨੂੰ ਉਸ ਮਜ਼ਦੂਰ ਦੀ ਜਗ੍ਹਾ ਰੱਖ ਕੇ ਦੇਖਦਾ ਹੈ, ਤਾਂ ਸੋਚਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਅਸਲ ਵਿੱਚ ਭੂਮਿਕਾਵਾਂ ਦੇ ਅਦਲਾ-ਬਦਲੀ ਕਰਨ ਨਾਲ ਆਪਾਂ ਬਹੁਤ ਸਾਰੇ ਗਲਤ ਫੈਸਲਿਆਂ ਅਤੇ ਬੇਇਨਸਾਫੀਆਂ ਤੋਂ ਬਚ ਸਕਦੇ ਹਾਂ। ਹਰ ਇਨਸਾਨ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਤੋਲਦਾ ਹੈ। ਖਾਲਿਦ ਨਾਮ ਦੇ ਇੱਕ ਵਿਅਕਤੀ ਦੀ ਕਹਾਣੀ ਹੀ ਲੈ ਲਓ। ਉਸਨੇ ਇੱਕ ਬਹੁਤ ਹੀ ਸ਼ਾਨਦਾਰ ਕੋਰਸ ਨੂੰ ਸਿਰਫ ਇਸ ਲਈ ਰੱਦ ਕਰ ਦਿੱਤਾ ਕਿਉਂਕਿ ਉਹ ਮੁਫਤ ਮਿਲ ਰਿਹਾ ਸੀ। ਉਸਦੇ ਮਾਪਦੰਡਾਂ ਦੇ ਅਨੁਸਾਰ ਸਿਰਫ ਉਹੀ ਚੀਜ਼ ਕੀਮਤੀ ਸੀ ਜਿਸ ਦੀ ਕੀਮਤ ਬਹੁਤ ਜ਼ਿਆਦਾ ਹੋਵੇ। ਇਹ ਸਾਫ਼ ਸਾਬਿਤ ਕਰਦਾ ਹੈ ਕਿ ਸਾਨੂੰ ਦੂਜਿਆਂ ਦੇ ਮਾਪਦੰਡਾਂ ਨੂੰ ਸਮਝਣ ਦੀ ਬਹੁਤ ਲੋੜ ਹੁੰਦੀ ਹੈ। 96% ਆਓ ਦੇਖੀਏ ਕਿ ਜਦੋਂ ਮਨੁੱਖੀ ਮਾਪਦੰਡਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾਂਦਾ ਹੈ ਤਾਂ ਕੀ ਕਮਾਲ ਹੁੰਦਾ ਹੈ। ਇਹ ਹੈਰਾਨੀਜਨਕ ਅੰਕੜਾ ਇੱਕ ਸਪੈਨਿਸ਼ ਆਈਫੋਨ ਐਪ ਦਾ ਹੈ, ਜੋ ਛੋਟੇ ਬੱਚਿਆਂ ਦੇ ਰੋਣ ਦਾ ਅਨੁਵਾਦ ਕਰਦੀ ਹੈ। ਇਹ ਐਪ ਨਵਜੰਮੇ ਬੱਚਿਆਂ ਦੇ ਰੋਣ ਦੇ 5 ਵਿਆਪਕ ਕਾਰਨਾਂ ਨੂੰ ਪਹਿਚਾਨ ਲੈਂਦੀ ਹੈ। ਬੱਚਾ ਭਾਵੇਂ ਦੁਨੀਆ ਦੇ ਕਿਸੇ ਵੀ ਸੱਭਿਆਚਾਰ ਦਾ ਹੋਵੇ, ਉਹ ਆਮ ਤੌਰ ਤੇ ਭੁੱਖ, ਥਕਾਵਟ, ਪਰੇਸ਼ਾਨੀ, ਤਣਾਅ ਜਾਂ ਬੋਰੀਅਤ ਕਾਰਨ ਰੋਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਐਪ ਇਨ੍ਹਾਂ ਪੈਟਰਨਾਂ ਅਤੇ ਮਾਪਦੰਡਾਂ ਦੀ ਪਹਿਚਾਨ ਕਰਕੇ 96% ਸ਼ੁੱਧਤਾ ਨਾਲ ਦੱਸ ਦਿੰਦੀ ਹੈ ਕਿ ਬੱਚਾ ਕਿਉਂ ਰੋ ਰਿਹਾ ਹੈ। ਤਾਂ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਨਿਕਲਦਾ ਹੈ ਕਿ ਮਨੁੱਖੀ ਆਦਾਨ-ਪ੍ਰਦਾਨ ਬਹੁਤ ਹੀ ਡੂੰਘਾ ਅਤੇ ਗੁੰਝਲਦਾਰ ਹੈ। ਜ਼ਰਾ ਸੋਚ ਕੇ ਦੇਖੋ ਕਿ ਇਹਨਾਂ ਮਾਪਦੰਡਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਕੀਤੀ ਜਾ ਸਕਦੀ ਹੈ? ਸ਼ਾਇਦ ਨਹੀਂ। ਇਹਨਾਂ ਹੁਨਰਾਂ ਨੂੰ ਸਮਝਣਾ ਨਾ ਸਿਰਫ ਆਪਸੀ ਰਿਸ਼ਤਿਆਂ ਨੂੰ ਸੁਧਾਰਦਾ ਹੈ, ਬਲਕਿ ਸੰਚਾਰ ਨੂੰ ਵੀ ਕਿਤੇ ਵੱਧ ਪ੍ਰਭਾਵਸ਼ਾਲੀ ਬਣਾਉਂਦਾ ਹੈ। ਉਮੀਦ ਹੈ ਕਿ ਇਸ ਚਰਚਾ ਤੋਂ ਕੁਝ ਨਵਾਂ ਸੋਚਣ ਦੀ ਪ੍ਰੇਰਨਾ ਮਿਲੀ ਹੋਵੇਗੀ। ਅਗਲੀ ਵਾਰ ਤੱਕ ਇਵੇਂ ਹੀ ਸਿੱਖਦੇ ਰਹੋ ਅਤੇ ਵਿਚਾਰ ਕਰਦੇ ਰਹੋ।